ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਟੱਕਰ ਹੋਣੀ ਜੀ ਔਰ ਇੱਥੇ ਵਲਟੋਆ ਪਰਿਵਾਰ ਵਰਸਸ ਸੁਖਪਾਲ ਸਿੰਘ ਭੁੱਲਰ ਹੋਣਾ ਜੀ। ਇਹ ਰਾਜਨੀਤਿਕ ਹੀ ਨਹੀਂ, ਇਹ ਪਰਸਨਲ ਮਤਲਬ ਇੱਕ ਹਿਸਾਬ ਦੀ ਸਾਡੀ, ਮੈਂ ਮੂੰਹ ਤੇ ਕਹਿਣਾ ਕਿ ਸਾਡੀ ਪਰਸਨਲ ਇਹਦੇ ਨਾਲ ਦੁਸ਼ਮਣੀ ਹੈ। ਇਸ ਵਿਅਕਤੀ ਨੇ ਇੰਨਾ ਮਾੜਾ ਰਾਜਨੀਤੀ ਦਾ ਮਿਆਰ ਸੁੱਟ ਦਿੱਤਾ। ਗੱਲ ਗੱਲ ਤੇ ਪਰਚੇ, ਗੱਲ ਗੱਲ ਤੇ ਜੋ ਕੁਝ, ਜਦੋਂ ਤੁਸੀਂ ਕਿਸੇ ਦੇ ਦਾਦੇ ਦਾ ਪਿਓ ਦਾ ਨਾਂ ਲਓਗੇ ਨਾ, ਫਿਰ ਬੰਦਾ ਕਹਿੰਦਾ ਕਿ ਸਾਰਾ ਕੁਝ ਪਾਸੇ ਰਿਹਾ, ਰਾਜਨੀਤੀ ਪਾਸੇ ਰਹੀ, ਸਾਰਾ ਕੁਝ ਪਾਸੇ ਰਿਹਾ, ਫਿਰ ਇਦਾਂ ਆ ਜਾਓ ਫਿਰ ਜੱਟਾਂ ਵਾਲਾ ਸਿਸਟਮ। ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਤੇ ਸੁਖਬੀਰ ਬਾਦਲ ਸਾਹਿਬ ਅਨਾਉਂਸ ਕਰਦੇ ਨੇ ਕਿ ਅਸੀਂ ਡਿਪਟੀ ਸੀਐਮ ਜਿਹੜਾ ਉਹ ਆਉਣ ਵਾਲਾ ਦਲਿਤ ਪਰਿਵਾਰ ਚੋਂ ਦੇਵਾਂਗੇ। ਕੀ ਉਹ ਬਸਪਾ ਦਾ ਹੋ ਸਕਦਾ? ਐਨੀਥਿੰਗ ਇਜ਼ ਪੋਸੀਬਲ। ਸਾਡੇ ਵਰਕਰਾਂ ਤੇ ਗੋਲੀਆਂ ਮਾਰ ਦਿੱਤੀਆਂ ਜਾਣ ਜੀ ਤੇ ਉਲਟਾ ਉਹਨਾਂ ਤੇ 307 ਦੀ ਧਾਰਾ ਨਹੀਂ 302 ਦੇ ਪਰਚੇ ਕਰਵਾਏ ਜਾਣ। ਜਦੋਂ ਨਵੀਂ ਸਰਕਾਰ ਬਣੀ, ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਕੁਝ ਬੰਦੇ ਸੀ ਕਰਿੰਦੇ ਸੀ, ਉਹਨਾਂ ਨੇ ਸਾਡੇ ਵਰਕਰਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਔਰ ਵਿੱਚ ਇੱਕ ਬੰਦਾ ਸੀ ਜਿਹੜਾ ਛਡਾਉਣ ਗਿਆ ਸੀ, ਜਿਹੜਾ ਪਿੱਛੇ ਥਾਣੇ ਦੇ ਵਿੱਚ ਦਰਖਾਸਤ ਦੇਣ ਗਿਆ, ਉਹਨਾਂ ਦੇ ਉੱਤੇ ਦੁਬਾਰਾ ਫਾਇਰਿੰਗ ਕੀਤੀ। ਅੱਜ ਦੀ ਡੇਟ 'ਚ ਉਹਦੇ ਵਿੱਚ ਹੀ ਉਹਦੀ ਬੋਡੀ 'ਚ ਸ਼ਰੇ ਫਸੀ ਪਏ। ਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਇਲੈਕਸ਼ਨ ਦੇ ਵਿੱਚ ਲੋਕ ਕਿਉਂ ਦੁਬਾਰਾ ਚੁਣਨ? ਮੈਂ ਕਹਿੰਦਾ ਕਿ ਕੋਈ ਵੀ 5 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਤੇ ਆ ਜਿਹੜੇ ਮੌਜੂਦਾ 5 ਸਾਲ ਆ ਕਾਂਗਰਸ ਦੇ ਤੋਂ ਹੀ ਲੈ ਲਓ ਜੀ। ਜੇ ਤੇ ਤਕੜੀ ਦਾ ਜਿਹੜਾ ਇੱਕ ਬੰਨਾ ਸਾਡੇ ਵੱਲ ਭਾਰਾ, ਸਾਨੂੰ ਵੋਟਾਂ ਪਾ ਦਿਓ। ਬੜੇ ਦੁੱਖ ਦੀ ਗੱਲ ਵਾ ਕਿ ਜਿਹੜੇ ਆਪਦੇ ਤੌਰ ਤੇ ਲੋਕੀ ਟੂਰਨਾਮੈਂਟ ਕਰਾਉਂਦੇ ਰਹੇ, ਇੱਥੇ ਟੂਰਨਾਮੈਂਟ ਕਰਾਉਣਾ ਹੀ ਹਟ ਗਏ ਕਿਉਂਕਿ ਇੱਥੋਂ ਦੇ ਜਿਹੜੇ ਐਮਐਲਏ ਉਹਨੂੰ ਕੋਈ ਸੰਜੀਦਗੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਇੱਕ ਤੇ ਮੈਂ ਨਸ਼ਾਖੋਰੀ ਖਤਮ ਕਰੂੰ ਔਰ ਨਾਲ ਦੀ ਨਾਲ ਹਰ ਘਰ ਦੇ ਵਿੱਚ ਇੱਕ ਨੌਕਰੀ ਦਊਂ। ਪੰਜਾਬ ਦੇ ਵਿੱਚ 30 ਲੱਖ ਜੇ ਪਰਿਵਾਰ ਵਾ ਤੇ ਇਦਾਂ ਕਿਹੜੇ ਘਰ ਦੇ ਵਿੱਚ ਨੌਕਰੀ ਮਿਲੀ? ਤੁਸੀਂ ਆਪਦੇ ਤੌਰ ਤੇ ਇਦਾਂ ਤੇ ਤੁਹਾਨੂੰ ਵੀ ਮਿਲੀ ਹੋਊਗੀ, ਮੈਨੂੰ ਵੀ ਮਿਲੀ ਹੋਊਗੀ। 0% ਪਰਫਾਰਮੈਂਸ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਮੈਂ ਹਾਂ ਤੁਹਾਡਾ ਆਪਣਾ ਗੁਰਦਿਆਲ ਸਿੰਘ। ਜਿਵੇਂ ਕਿ ਚੋਣ ਅਖਾੜਾ ਸੱਜ ਚੁੱਕਾ ਹੈ 2022 ਦਾ, ਸਾਰੀਆਂ ਪਾਰਟੀਆਂ ਆਪੋ ਆਪਣੇ ਵੋਟਰਾਂ ਨੂੰ ਲੁਭਾਉਣ ਵਾਸਤੇ ਜ਼ੋਰ ਦੇ ਰਹੀਆਂ ਨੇ। ਸੋ ਇਸ ਵੇਲੇ ਸਾਡੇ ਨਾਲ ਨੇ ਸਰਦਾਰ ਵਿਰਸਾ ਸਿੰਘ ਵਲਟੋਹਾ ਸਾਹਿਬ, ਉਹਨਾਂ ਦੇ ਫਰਜ਼ੰਦ ਜੋ ਹਲਕਾ ਖੇਮਕਰਨ ਦੇ ਵਿੱਚ ਆਪਣੀ ਇੱਕ ਚੰਗੀ ਰਾਜਨੀਤੀ ਦੀ ਧੌਂਸ ਰੱਖਦੇ ਨੇ। ਮਾਝੇ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਨਾਂ ਹੈ। ਉਹਨਾਂ ਦੇ ਬੇਟੇ ਸਰਦਾਰ ਗੌਰਵਦੀਪ ਸਿੰਘ ਜੀ ਵਲਟੋਹਾ ਸਾਡੇ ਨਾਲ ਮੌਜੂਦ ਨੇ। ਇਸ ਵੇਲੇ ਨੌਜਵਾਨਾਂ ਨੂੰ ਲੀਡ ਕਰ ਰਹੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਉਣ ਵਾਲਾ 2022 ਦਾ ਜਿਹੜਾ ਚੋਣ ਅਖਾੜਾ ਹੈ ਉਹ ਕੈਸਾ ਹੋਵੇਗਾ। ਆਓ ਸਵਾਗਤ ਕਰਦੇ ਉਹਨਾਂ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਸਵਾਗਤ ਹੈ ਤੁਹਾਡਾ ਸੁਰਖਾਬ ਟੀਵੀ। ਗੁਰਦਿਆਲ ਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾ ਸਵਾਲ ਇਹੀ ਹੈ ਜੀ, ਤੁਸੀਂ ਨੌਜਵਾਨਾਂ ਨੂੰ ਰੈਪਰੈਜ਼ੈਂਟ ਕਰ ਰਹੇ ਹੋ। ਆਉਣ ਵਾਲੇ ਜਿਹੜੇ 2022 ਦੇ ਵਿੱਚ ਨੌਜਵਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੀ ਨਵਾਂ ਲੈ ਕੇ ਆਵੇਗੀ ਜੋ ਨੌਜਵਾਨ ਤੁਹਾਨੂੰ ਦੁਬਾਰਾ ਲੈ ਕੇ ਆਉਣ? ਦੇਖੋ ਗੁਰਦਿਆਲ ਵੀਰੇ, ਇਹ ਗੱਲ ਇੱਕ ਸਪਸ਼ਟ ਤੌਰ ਤੇ ਆ ਕਿ ਜੋ ਨੌਜਵਾਨ ਇੱਕ ਬਹੁਤ ਵੱਡੀ ਸ਼ਕਤੀ ਹੈ ਜੀ। ਔਰ ਹੁਣ ਸਮਾਂ ਬਦਲ ਗਿਆ ਵਾ। ਅੱਜ ਕੱਲ੍ਹ ਸਿਰਫ ਤੇ ਸਿਰਫ ਮੈਂ ਸਮਝਦਾ ਵਾਂ ਕਿ ਸਭ ਤੋਂ ਵੱਡਾ ਪ੍ਰਭਾਵ ਜੇ ਕਿਸੇ ਦਾ ਹੈਗਾ ਵਾ ਤੇ ਉਹ ਨੌਜਵਾਨਾਂ ਦਾ। ਬਿਲਕੁਲ। ਕੋਈ ਮੌਜੂਦਾ ਸਮੇਂ ਤੇ ਤੁਸੀਂ ਕੋਈ ਵੀ ਦੇਖ ਲਓ, ਕੋਈ ਮੂਵਮੈਂਟ ਹੋ ਗਈ, ਚਾਹੇ ਕੋਈ ਪੋਲੀਟੀਕਲ ਤੌਰ ਤੇ ਹੋ ਗਿਆ, ਰਿਲੀਜੀਅਸ ਤੌਰ ਤੇ ਹੋ ਗਿਆ, ਜਾਂ ਕੋਈ ਮੌਜੂਦਾ ਸਮੇਂ ਤੇ ਐਜੀਟੇਸ਼ਨ ਹੀ ਲਾ ਲਓ, ਜੇ ਉਹ ਕਾਮਯਾਬ ਹੈਗੇ ਆ ਤੇ ਕੇਵਲ ਅਤੇ ਕੇਵਲ ਨੌਜਵਾਨਾਂ ਦੇ ਸਿਰ ਤੇ ਹੀ ਹੋ ਗਏ। ਨੌਜਵਾਨ ਸਾਡੇ ਆਉਣ ਵਾਲਾ ਭਵਿੱਖ ਹੀ ਨਹੀਂ, ਮੈਂ ਕਹਿ ਸਕਦਾ ਕਿ ਸਾਡਾ ਅੱਜ ਦਾ ਮਾਣ ਹੀ ਹੈ। ਔਰ ਜਿੱਥੋਂ ਤੱਕ ਰਹੀ, ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਵਾ, ਸਭ ਤੋਂ ਪਹਿਲਾਂ ਉਹਨਾਂ ਦੀ ਐਜੂਕੇਸ਼ਨ ਵਾ, ਐਜੂਕੇਸ਼ਨ ਪ੍ਰਤੀ ਹਮੇਸ਼ਾ ਇਸ ਚੀਜ਼ ਨੂੰ ਪਹਿਲ ਦਿੱਤੀ ਆ। ਮੈਂ ਤੁਹਾਨੂੰ ਆਪਦੇ ਕੌਂਸਟੀਟੂਐਂਸੀ ਬਾਰੇ ਦੱਸਣਾ ਚਾਹੁੰਦਾ ਵਾਂ। ਦੇਖੋ, ਤੁਸੀਂ ਵੀ ਇੱਥੇ ਵਿਚਰੇ ਹੋ ਜੀ। ਸਾਡਾ ਹਲਕਾ ਪੂਰਾ ਬਾਰਡਰ ਉੱਤੇ ਪੈਂਦਾ ਵਾ। ਬਿਲਕੁਲ। ਸਾਡੇ ਕੌਂਸਟੀਟੂਐਂਸੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਏ ਕਾਲਜ
ਇੰਜੀਨੀਅਰਿੰਗ ਕਾਲਜ, ਮਾਡਲ ਸਕੂਲ, ਆਦਰਸ਼ ਸਕੂਲ ਔਰ ਅਜਿਹੇ ਇੰਸਟੀਟਿਊਸ਼ਨ ਲਿਆਉਂਦੇ ਸ਼੍ਰੋਮਣੀ ਅਕਾਲੀ ਦਲ ਨੇ ਲਿਆਂਦੇ। ਔਰ ਇਸ ਤੋਂ ਬਾਅਦ ਨੌਜਵਾਨਾਂ ਦਾ ਜੇ ਭਵਿੱਖ ਸੁਖੱਲਾ ਹੋਏ, ਅੱਜ ਤੱਕ ਦੇ ਇਤਿਹਾਸ ਦੇ ਵਿੱਚ ਹੈਗਾ ਵਾ ਕਿ ਤਕਰੀਬਨ ਮੇਰੇ ਕੋਲ ਆંકੜੇ ਆ ਕਿ 2.5 ਲੱਖ 2,50,000 ਜਿਹੜੀਆਂ ਨੌਕਰੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਟੈਨਿਓਰ ਦੇ ਟਾਈਮ ਦਿੱਤੀਆਂ ਗਈਆਂ। ਪੰਜਾਬ ਪੁਲਿਸ ਦੀ ਸਭ ਤੋਂ ਵੱਧ ਜੇ ਭਰਤੀ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ। ਇਸ ਤੋਂ ਇਲਾਵਾ ਚਾਹੇ ਰੈਵਨਿਊ ਡਿਪਾਰਟਮੈਂਟ, ਟੀਚਿੰਗ ਡਿਪਾਰਟਮੈਂਟ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਹੋਇਆ। ਔਰ ਇਸ ਦੇ ਨਾਲ ਨਾਲ ਕਿ ਨੌਜਵਾਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ, ਹਰ ਪਿੰਡ ਪੱਧਰ ਤੇ ਮੈਂ ਤੁਹਾਨੂੰ ਆਪਣੇ ਕਨਸਟੀਟੂਐਂਸੀ 'ਚ ਦੱਸਣਾ ਚਾਹੁੰਦਾ, ਮੇਰੀ ਉਮਰ ਮਹਿਜ਼ ਉਦੋਂ 17-18 ਸਾਲ ਦੀ ਸੀ। ਪਿੰਡ ਪੱਧਰ ਜਾ ਕੇ ਨੌਜਵਾਨਾਂ ਨੂੰ ਅਸੀਂ ਖੇਡਾਂ ਦੇ ਨਾਲ ਜੋੜਿਆ। ਬਿਲਕੁਲ। ਜਿਮ ਦਿੱਤੇ, ਵੱਡੇ ਪਿੰਡਾਂ ਨੂੰ ਜਿਮ ਦਿੱਤੇ, ਨੌਜਵਾਨਾਂ ਨੂੰ ਖੇਡਾਂ ਲਈ ਕਿੱਟਾਂ ਦਿੱਤੀਆਂ। ਔਰ ਕਈ ਨੌਜਵਾਨ ਬੜੇ ਦੇਖੋ, ਇੱਕ ਬੜੀ ਖੁਸ਼ੀ ਦੀ ਗੱਲ ਆਉਂਦੀ ਸੀ ਕਿ ਕਈ ਨੌਜਵਾਨ ਆਪਦੇ ਤੌਰ ਤੇ ਕਲੱਬ ਰਜਿਸਟਰ ਕਰਦੇ ਸੀ, ਅਸੀਂ ਉਹਨਾਂ ਨੂੰ ਫੰਡਿੰਗ ਕਰਦੇ ਸੀ ਤੇ ਉਹ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਰਹੇ। ਪਰ ਅੱਜ ਜੋ ਹਾਲਾਤ ਨੇ, ਅੱਜ ਜੋ ਸਥਿਤੀ ਬਣੀ ਪਈ ਹੈ, ਅੱਜ ਕੋਈ ਵੀ ਐਕਟਿਵ ਕੋਈ ਕਲੱਬ ਰਹਿ ਨਹੀਂ ਗਿਆ। ਪਿੰਡਾਂ ਦੇ ਵਿੱਚ ਉਹ ਗੱਲ ਰਹਿ ਨਹੀਂ ਗਈ। ਨੌਜਵਾਨ ਅਸਲ ਦੇ ਵਿੱਚ ਤੁਸੀਂ ਇਹ ਦੇਖੋ, ਅਸੀਂ ਜਦੋਂ ਪਿੰਡਾਂ ਦੇ ਵਿੱਚ ਜਦੋਂ ਕੋਈ ਗੱਲਬਾਤ ਕਰਨੀ ਹੁੰਦੀ ਨਾ ਜੀ, ਜਦੋਂ ਸਪੋਜ਼ ਕਰੋ ਕੋਈ ਕਿਸੇ ਦਾ ਫੈਸਲਾ ਹੀ ਕਰਨਾ, ਕੋਈ ਰਾਜੀਨਾਮਾ ਕਰਨਾ, ਤੇ ਕਹਿ ਦੀਦਾ ਕਿ ਆ ਗੁਰੂ ਘਰ ਚੜ੍ਹ ਤੇ ਉੱਥੇ ਜਾ ਕੇ ਸਹੁੰ ਖਾ। ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਇੱਕ ਤੇ ਮੈਂ ਨਸ਼ਾਖੋਰੀ ਖਤਮ ਕਰੂੰ ਔਰ ਨਾਲ ਦੀ ਨਾਲ ਹਰ ਘਰ ਦੇ ਵਿੱਚ ਇੱਕ ਨੌਕਰੀ ਦਊਂ। ਤੁਸੀਂ ਮੈਨੂੰ ਦੱਸੋ, ਤਕਰੀਬਨ ਜੇ 30 ਲੱਖ ਦੇ ਲਾਗੇ ਜਿਹੜੀ ਹੈਗੀ ਆ, 30 ਲੱਖ ਦੇ ਲਾਗੇ ਜਿਹੜੇ ਹਾਊਸ ਹੋਲਡ ਹੈਗੇ ਆ ਇੱਥੇ ਪੰਜਾਬ ਦੇ ਵਿੱਚ, 30 ਲੱਖ ਜੇ ਪਰਿਵਾਰ ਵਾ, ਤੇ ਇਦਾਂ ਕਿਹੜੇ ਘਰ ਦੇ ਵਿੱਚ ਨੌਕਰੀ ਮਿਲੀ? ਤੁਸੀਂ ਆਪਦੇ ਤੌਰ ਤੇ ਇਦਾਂ ਤੇ ਤੁਹਾਨੂੰ ਵੀ ਮਿਲੀ ਹੋਊਗੀ, ਮੈਨੂੰ ਵੀ ਮਿਲੀ ਹੋਊਗੀ। 0% ਪਰਫਾਰਮੈਂਸ ਆ। ਔਰ ਇਸੇ ਗੱਲ ਕਰਕੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਯਾਦ ਕਰਦੇ ਨੇ ਔਰ ਇੱਕ ਵੱਡੀ ਲਾਹਨਤ ਪਾਉਂਦੇ ਨੇ ਕੈਪਟਨ ਅਮਰਿੰਦਰ ਸਿੰਘ। ਵੇਖੋ, ਤੁਸੀਂ ਨੌਕਰੀਆਂ ਦੀ ਗੱਲ ਕੀਤੀ, ਆਪਾਂ ਜੇ ਆਪਣੇ ਹਲਕੇ ਦੀ ਗੱਲ ਕਰੀਏ, ਆਪਣੇ ਹਲਕੇ ਦੇ ਵਿੱਚ ਤੁਸੀਂ ਕੋਈ ਚਾਨਣਾ ਪਾਓ ਵੀ ਕਿੰਨੇ ਕੁ ਬੰਦਿਆਂ ਨੂੰ ਆਪਾਂ ਨੌਕਰੀ ਦਈ। ਆਪਾਂ ਵੀ 25 ਸਾਲ ਰਾਜ ਕੀਤਾ, ਸਰਕਾਰ ਨੇ, ਅਕਾਲੀ ਦਲ 25 ਸਾਲ ਸੁਖਬੀਰ ਸਿੰਘ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਨੇ ਰਾਜ ਕੀਤਾ, ਤੇ 25 ਸਾਲਾਂ ਦੇ ਵਿੱਚ ਹਲਕਾ ਖੇਮ ਕਰਨ ਦੇ ਉਹ ਨੌਜਵਾਨ ਜਿਨ੍ਹਾਂ ਨੂੰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਨੌਕਰੀ ਤੇ ਲਵਾਇਆ ਹੋਵੇ। ਦੇਖੋ, ਇਹ ਸਰਦਾਰ ਵਿਰਸਾ ਸਿੰਘ ਵਲਟੋਹਾ ਨਹੀਂ ਲਗਾਉਣ ਵਾਲੇ। ਦੇਖੋ, ਇਹ ਸਾਰਾ ਕੁਝ ਹੁੰਦਾ ਵਾ ਕਿ ਉੱਪਰੋਂ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ। ਮੈਨੂੰ ਇਹ ਗੱਲ ਦੱਸਦੇ ਹੋਏ ਮਾਣ ਵਾ ਕਿ ਸਭ ਤੋਂ ਵੱਧ, ਜਦੋਂ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਭ ਤੋਂ ਵੱਧ ਜੇ ਨੌਜਵਾਨਾਂ ਦੀ ਭਰਤੀ ਹੋਈ ਤੇ ਹਲਕਾ ਖੇਮਕਰਨ ਦੇ ਵਿੱਚ ਵੱਡੇ ਪੈਮਾਨੇ ਦੇ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਭਰਤੀ ਹੋਈ। ਮੇਰੇ ਆਪਦੇ ਪਿੰਡੋਂ ਕਈ ਜਿਹੜੇ ਨੌਜਵਾਨ ਵਾ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ। ਔਰ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਪੰਜਾਬ ਦੇ ਇਤਿਹਾਸ 'ਚ ਤੁਸੀਂ ਦੇਖੋ ਪਹਿਲੀ ਵਾਰੀ ਐਡਾ ਟਰਾਂਸਪੇਰੈਂਟ ਸਿਸਟਮ ਕਿ ਸਾਰੀ ਭਰਤੀ ਆਨਲਾਈਨ, ਸਾਰੀ ਭਰਤੀ, ਸਾਰਾ ਕੁਝ ਜੋ ਕੁਝ ਵੀ ਭਰਤੀ ਦਾ ਪ੍ਰੋਸੀਜਰ ਸੀ ਸਾਰਾ ਆਨਲਾਈਨ ਚਾੜਿਆ ਜਾਂਦਾ ਸੀ। ਔਰ ਇੱਥੋਂ ਤੱਕ ਕਈ ਸਾਡੇ ਆਪਦੇ ਹਲਕੇ 'ਚੋਂ ਜੇ ਕੱਟੜ ਕਾਂਗਰਸੀ ਪਰਿਵਾਰ ਵੀ ਆ, ਜੇ ਉਹ ਐਲੀਜੀਬਲ ਆ, ਉਹਨਾਂ ਨੂੰ ਨੌਕਰੀਆਂ ਮਿਲਦੀਆਂ ਰਹੀਆਂ। ਮੈਂ ਤੁਹਾਨੂੰ ਕਈ ਤੌਰ ਤੇ ਲਿਸਟ ਦੇਣ ਲਈ ਤਿਆਰ ਵਾਂ। ਇਸ ਦੇ ਨਾਲ ਨਾਲ ਸੈਲਫ ਹੈਲਪ ਗਰੁੱਪ ਦੇ ਲਈ ਅਸੀਂ ਪਿੰਡ ਪੱਧਰ ਜਾ ਕੇ, ਮੈਂ ਆਪਣੇ ਤੌਰ ਤੇ ਜਾ ਕੇ ਜਿੰਨੇ ਵੀ ਸੈਲਫ ਹੈਲਪ ਗਰੁੱਪ ਆ ਜਾਂ ਜਿੰਨੀਆਂ ਵੀ ਸੁਸਾਇਟੀਜ਼ ਹੁੰਦੀਆਂ ਜਾਂ ਗਵਰਨਮੈਂਟ ਵੱਲੋਂ ਜੇ ਨਰੇਗਾ ਵੱਲੋਂ ਵੀ ਸਪੋਰਟ ਆਉਂਦੀ ਰਹੀ ਹੈ ਜਾਂ ਜੋ ਕੁਝ ਵੀ ਕਰਦੇ ਰਹੇ, ਅਸੀਂ ਆਪਦੇ ਤੌਰ ਤੇ ਸਾਰਾ ਕੁਝ ਯੋਗਦਾਨ ਪਾਇਆ ਔਰ ਉਸ ਚੀਜ਼ ਦਾ ਮਾਣਵਾ ਔਰ ਲੋਕੀ ਯਾਦ ਕਰਦੇ ਆ, ਇਸ ਚੀਜ਼ ਦਾ ਵੀ ਮਾਣਵਾ। ਬਿਲਕੁਲ। ਅੱਛਾ, ਤੁਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ ਤੇ ਨੌਜਵਾਨ ਜਿਹੜੇ ਆ ਖੇਡਾਂ ਵੱਲ ਨੂੰ, ਸਪੋਰਟਸ ਵੱਲ ਨੂੰ ਤੁਸੀਂ ਉਤਸ਼ਾਹਿਤ ਕਰਦੇ ਆਏ ਹੋ ਉਹਨਾਂ ਨੂੰ, ਠੀਕ ਹੈ। ਤੇ ਅੱਜ ਜਿਹੜਾ ਜੇ ਆਪਾਂ ਸੁਰ ਸਿੰਘ ਵਾਲਾ ਜਿਹੜਾ ਛੱਡ ਦਈਏ ਸਟੇਡੀਅਮ, ਉਸ ਤੋਂ ਬਾਅਦ ਸਪੋਰਟਸ ਵਾਸਤੇ ਕਿਹੜਾ ਸਟੇਡੀਅਮ ਹੋਰ ਆਪਾਂ ਤਿਆਰ ਕੀਤਾ ਹਲਕੇ ਖੇਮਕਰਨ ਦੇ ਵਿੱਚ? ਦੇਖੋ, ਮਾੜੀ ਮੇਗੇ ਵਾਲਾ ਕੀਤਾ, ਮਾੜੀ ਮੇਗੇ ਦੀ ਸਾਰੀ ਚਾਰਦੀਵਾਰੀ ਕੀਤੀ, ਰਾਜੋਕੇ ਵਾਲਾ ਕੀਤਾ। ਔਰ ਇਸੇ ਤਰ੍ਹਾਂ ਸਾਡੇ ਵੱਲੋਂ ਤੇ ਹੋਰ ਵੀ ਕਈ ਹੈਗੇ ਆ ਕਿ ਅਸੀਂ ਆਪਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਇਹ ਕੋਸ਼ਿਸ਼ ਆ ਕਿ ਨੌਜਵਾਨਾਂ ਨੂੰ ਇਹ ਕਿਹਾ ਵਾ ਕਿ ਤੁਸੀਂ ਤਕੜੇ ਹੋ ਕੇ ਕਰੋ। ਸਾਡੇ ਵੱਲੋਂ ਪੂਰਨ ਤੌਰ ਤੇ ਤੁਹਾਡਾ ਸਹਿਯੋਗ ਦੇਣ ਲਈ ਆਪਾਂ ਤਿਆਰ। ਮੈਂ ਤੁਹਾਨੂੰ ਇੱਕ ਉਦਾਹਰਨ ਵਜੋਂ ਦੱਸਦਾ ਵਾਂ, ਪਿੰਡ ਵਾਂਤਾਰਾ ਸਿੰਘ ਵਾ। ਪਿੰਡ ਵਾਂਤਾਰਾ ਸਿੰਘ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵੱਖ-ਵੱਖ ਕਲੱਬਸ ਵੱਲੋਂ ਟੂਰਨਾਮੈਂਟ ਹੋਇਆ ਕਰਦੇ ਸੀ। ਉਹ ਮੰਡੀ ਦੇ ਵਿੱਚ ਨਾ ਉਹਨਾਂ ਨੂੰ ਅਲਾਟ ਹੁੰਦੀ ਸੀ ਜਗ੍ਹਾ। ਬਿਲਕੁਲ। ਵਾਲੀਬਾਲ ਦਾ ਟੂਰਨਾਮੈਂਟ ਅਲੱਗ, ਕ੍ਰਿਕਟ ਦਾ ਟੂਰਨਾਮੈਂਟ ਅਲੱਗ, ਭਾਵੇਂ ਛੋਟੇ ਪੱਧਰ ਤੇ ਭਾਵੇਂ ਵੱਡਾ ਪੱਧਰ, ਨੌਜਵਾਨ ਚੰਗੇ ਪਾਸੇ ਤੇ ਲੱਗਦਾ। ਠੀਕ ਹੈ, ਮੈਂ ਆਪਦੇ ਪਿੰਡ ਦਾ ਉਦਾਹਰਨ ਦੱਸਦਾ ਵਾਂ। ਅਸੀਂ ਕੀ ਕੀਤਾ, ਜਦੋਂ ਸਾਡਾ ਟੈਨਿਓਰ ਸੀ, ਅਸੀਂ ਨੌਜਵਾਨਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਕਿਹਾ ਕਿ ਤੁਸੀਂ ਜੋ ਤੁਹਾਡੀ ਮੰਗ ਵਾ, ਤੁਸੀਂ ਬਸ ਖੇਡਾਂ ਦੇ ਨਾਲ ਜੁੜਨਾ। ਆਪਦੇ ਤੌਰ ਤੇ ਅਸੀਂ 2 ਜਿਮ ਉੱਥੇ ਦਿੱਤੇ ਨੌਜਵਾਨਾਂ ਨੂੰ। ਜੋ ਵੀ ਖੇਡ ਦੀ ਸਮੱਗਰੀ ਹੋ ਗਈ, ਚਾਹੇ ਉਹ ਫੁੱਟਬਾਲ, ਵਾਲੀਬਾਲ ਕਿਟਸ ਹੋ ਗਈ, ਆਪਦੇ ਤੌਰ ਤੇ ਗ੍ਰਾਂਟ ਵੱਖਰੀ ਦਿੱਤੀ। ਫਿਰ ਇਸ ਦੇ ਨਾਲ ਜਰਸੀਜ਼, ਸਾਰਾ ਕੁਝ ਆਪਦੇ ਤੌਰ ਤੇ ਆਪਾਂ ਕਰਦੇ ਰਹੇ ਔਰ ਜੋ ਕੁਝ ਆਪਣੇ ਵੱਲੋਂ ਸੰਭਵ ਹੋਇਆ ਉਹ ਕਰਦੇ ਰਹੇ। ਇੱਕ ਵੱਡਾ ਸਵਾਲ ਸਾਹਮਣੇ ਆਉਂਦਾ ਵਾ,
ਕਿ ਜਦੋਂ ਦੀ ਇਹ ਮੌਜੂਦਾ ਕਾਂਗਰਸ ਸਰਕਾਰ ਬਣੀ ਹੈ, ਮੌਜੂਦਾ ਐਮਐਲਏ ਹਲਕਾ ਖੇਮਕਰਨ ਦਾ ਸੁਖਪਾਲ ਸਿੰਘ ਭੁੱਲਰ ਇੱਕ ਚੀਜ਼ ਗਿਣਾ ਦੇ ਜੋ ਮੌਜੂਦਾ ਸਮੇਂ ਤੇ ਉਹਨੇ ਨੌਜਵਾਨਾਂ ਪ੍ਰਤੀ ਕੀਤੀ ਹੋਵੇ। ਮੈਂ ਤੇ ਦੇਖੋ ਮੇਰੀ ਤੇ ਉਮਰ ਅਜੇ, ਮੈਂ ਆਪ ਅਜੇ ਟੀਨੇਜ 'ਚ ਸੀ, 17 18 19 ਸਾਲ ਦੀ ਮੇਰੀ ਉਮਰ ਸੀ ਔਰ ਉਦੋਂ ਆਪਦੇ ਤੌਰ ਤੇ ਕਿਉਂਕਿ ਸ਼ੌਂਕ ਸੀ ਲੋਕਾਂ ਪ੍ਰਤੀ, ਸਾਰੇ ਆਪ ਹਾਣੀ ਹੁੰਦੇ ਸੀ, ਚੰਗਾ ਲੱਗਦਾ ਸੀ ਕਿ ਨੌਜਵਾਨ ਚੰਗੇ ਪਾਸੇ ਲੱਗਣ। ਮੌਜੂਦਾ ਸਮੇਂ ਤੇ ਕੁਝ ਹੋਇਆ, ਬੜੇ ਦੁੱਖ ਦੀ ਗੱਲ ਵਾ ਕਿ ਜਿਹੜੇ ਆਪਦੇ ਤੌਰ ਤੇ ਲੋਕੀ ਟੂਰਨਾਮੈਂਟ ਕਰਾਉਂਦੇ ਰਹੇ, ਇੱਥੇ ਟੂਰਨਾਮੈਂਟ ਕਰਾਉਣਾ ਹੀ ਹਟ ਗਏ ਕਿਉਂਕਿ ਇੱਥੋਂ ਦੇ ਜਿਹੜੇ ਐਮਐਲਏ ਉਹਨੂੰ ਕੋਈ ਸੰਜੀਦਗੀ ਨਹੀਂ ਹੈ। ਜ਼ਿਆਦਾਤਰ ਸਾਡੇ ਜਿਹੜੇ ਬੁੱਧੀਜੀਵ ਆ ਉਹ ਇਹੀ ਕਹਿੰਦੇ ਵੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਨੌਜਵਾਨਾਂ ਨੂੰ ਜਾਂ ਤੇ ਧਰਨਿਆਂ ਦੇ ਵਿੱਚ ਡਾਂਗਾ ਮਾਰਨ ਤੇ ਜਾਂ ਡਾਂਗਾ ਖਾਣ ਵਾਸਤੇ ਰੱਖਿਆ, ਜਾਂ ਫਿਰ ਜਦੋਂ ਇਲੈਕਸ਼ਨ ਦੇ ਵਿੱਚ ਹੈਲਪ ਦੀ ਲੋੜ ਹੁੰਦੀ ਹੈ, ਗੁੰਡਾਗਰਦੀ ਦਿਖਾਉਣੀ, ਉਦੋਂ ਵਰਤਿਆ ਜਾਂਦਾ ਨੌਜਵਾਨਾਂ ਨੂੰ। ਇਹ ਸਾਡੇ ਬੁੱਧੀਜੀਵਾਂ ਦਾ ਕਹਿਣਾ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇਹਦੇ 'ਚ ਤੁਸੀਂ ਇੱਕ ਗੱਲ ਦੱਸੋ, ਅੱਜ ਮੌਜੂਦਾ ਸਮੇਂ ਤੇ ਵੀ ਕਾਂਗਰਸ ਪਾਰਟੀ ਕੀ ਕਰਦੀ ਪਈ ਹੈ? ਕਦੀ ਕੋਈ ਸ਼ੋਸ਼ਾ, ਕਦੀ ਕੋਈ ਸ਼ੋਸ਼ਾ, ਤੇ ਅਖੀਰਕਾਰ ਇਹਨਾਂ ਦੀ ਪੂਰਨ ਤੌਰ ਤੇ ਇਹੀ ਕੋਸ਼ਿਸ਼ ਰਹੀ ਕਿ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਨੌਜਵਾਨ ਇੱਕ ਆਪਣੇ ਤੌਰ ਤੇ ਪਹਿਲਾਂ ਕੀ ਹੁੰਦਾ ਸੀ, ਘਰਾਂ ਦੇ ਵਿੱਚ ਇੱਕ ਬਜ਼ੁਰਗ ਹੁੰਦਾ ਸੀ ਤੇ ਉਹਨਾਂ ਤੱਕ ਕੋਈ ਵੀ ਲੀਡਰ ਅਪਰੋਚ ਕਰਦਾ ਹੁੰਦਾ ਸੀ ਤੇ ਉਹ ਸਾਰਾ ਪਰਿਵਾਰ ਉਹਦੇ ਮਗਰ ਆ ਕੇ ਵੋਟਿੰਗ ਕਰ ਦਿੰਦਾ ਸੀ। ਹੁਣ ਰਾਜਨੀਤੀ ਦੇਖੋ ਅਲੱਗ ਹੋ ਗਈ ਆ। ਹੁਣ ਹਰੇਕ ਬੰਦਾ, ਚਾਹੇ ਕਿਸੇ ਕੋਈ ਆਮ ਵੀ ਆ ਨਾ, ਕੋਈ ਭਾਵੇਂ ਗਰੀਬ ਤੋਂ ਗਰੀਬ ਬੰਦਾ ਵੀ ਆ, ਉਹ ਆਪਦੇ ਘਰ 'ਚ ਸਰਦਾਰ ਵਾ, ਉਹ ਅਗਲੇ ਐਕਸਪੈਕਟੇਸ਼ਨ 'ਚ ਬੈਠੇ ਹੁੰਦੇ ਆ ਕਿ ਜੇ ਮੈਂ ਉਹਨੂੰ ਵੋਟਾਂ ਪਾਈਆਂ ਕਿਸੇ ਲੀਡਰ ਨੂੰ ਤੇ ਮੈਂ ਆਪਦੇ ਲੀਡਰ ਦੇ ਨਾਲ ਖਲੋਵਾਂ। ਤੇ ਐਟ ਦੀ ਐਂਡ ਇਹ ਗੱਲ ਵਾ ਕਿ ਸਰਕਾਰਾਂ ਦਾ ਫਰਜ਼ ਬਣਦਾ ਵਾ ਕਿ ਜੇ ਤੁਸੀਂ ਆਪਦੇ ਜਦੋਂ ਲੋੜੀਂਦਾ ਸਮੇਂ ਦੇ ਵਿੱਚ ਤੁਸੀਂ ਲੋਕਾਂ ਨੂੰ ਬੁਲਾਉਂਦੇ ਜੇ ਤੇ ਲੋਕਾਂ ਪ੍ਰਤੀ ਹਰੇਕ ਆਪਣੇ ਪੂਰਨ ਤੌਰ ਤੇ ਜਿਹੜੇ ਵਾਅਦੇ ਆ ਉਹਨਾਂ ਨੂੰ ਪੂਰੇ ਵੀ ਕਰੋ। ਅੱਜ ਇਹਨਾਂ ਗੱਲਾਂ ਕਰਕੇ ਮੈਂ ਦੁਬਾਰਾ ਰਿਪੀਟ ਕਰਦਾ ਵਾਂ ਕਿ ਸੁਖਪਾਲ ਸਿੰਘ ਭੁੱਲਰ ਨੂੰ ਹਲਕਾ ਖੇਮਕਰਨ 'ਚ ਜੇ ਹਾਰ ਮਿਲੂਗੀ, ਅੱਜ ਦੀ ਡੇਟ ਤੁਸੀਂ ਨੋਟ ਕਰ ਲਓ। ਮੈਂ ਬੇਨਤੀ ਕਰੂੰਗਾ ਕਿ ਤੁਸੀਂ ਬਾਅਦ 'ਚ ਆ ਕੇ ਵੀ ਇੰਟਰਵਿਊ ਕਰਿਓ, ਆਪਾਂ ਰੂਬਰੂ ਹੋਵਾਂਗੇ। ਨੌਜਵਾਨ ਹਲਕਾ ਖੇਮਕਰਨ ਦਾ ਸੁਖਪਾਲ ਸਿੰਘ ਭੁੱਲਰ ਨੂੰ ਜੇ ਉਹ ਹਾਰੂਗਾ ਤੇ ਸਭ ਤੋਂ ਵੱਡਾ ਕਾਰਨ ਹੀ ਨੌਜਵਾਨ ਹੋਊਗਾ। ਵੇਖੋ, ਗਠਬੰਧਨ ਹੋਇਆ ਹੁਣ ਤੁਹਾਡਾ ਬਸਪਾ ਦੇ ਨਾਲ, ਰਾਜਨੀਤਿਕ ਪਾਰਟੀਆਂ ਵੱਲੋਂ ਤੰਜ ਕੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਗਰਾਊਂਡ ਨਜ਼ਰ ਨਹੀਂ ਆ ਰਹੀ, ਇਸ ਕਰਕੇ ਉਹ ਕੋਈ ਨਾ ਕੋਈ ਸੀੜੀ ਲੱਭਦਾ ਫਿਰਦਾ ਆਪਣੀ ਗਰਾਊਂਡ ਨੂੰ ਦੁਬਾਰਾ ਬਹਾਲ ਕਰਨ ਵਾਸਤੇ। ਕੀ ਕਹਿਣਾ ਚਾਹੋਗੇ? ਇਹ ਦੇਖੋ, ਇਹ ਤੇ ਕੋਈ ਵੀ ਪਾਰਟੀ ਆ ਉਹਦਾ ਇੱਕ ਖੁਦ ਦਾ ਇੱਕ ਅਧਿਕਾਰ ਵਾ। ਕੋਈ ਵੀ ਪਾਰਟੀ ਕਿਸੇ ਦੇ ਨਾਲ ਵੀ ਅਲਾਈਅੰਸ ਕਰ ਸਕਦੀ ਹੈ। ਕੋਈ ਜਿੱਦਾਂ ਕੋਈ ਪੁਰਾਣਾ ਅਲਾਈਅੰਸ ਸੀ ਉਹ ਵੀ ਆਪਾਂ ਤੋੜਿਆ ਲੋਕਾਂ ਦੇ ਹਿੱਤਾਂ ਦੀ ਖਾਤਰ। ਔਰ ਇਸੇ ਤਰ੍ਹਾਂ ਇੱਕ ਬੜੇ ਹੀ ਲੰਮੇ ਸਮੇਂ ਤੋਂ ਜਿਹੜੀ ਬੀਐਸਪੀ ਪਾਰਟੀ ਆ, ਬਹੁਜਨ ਸਮਾਜਵਾਦ ਪਾਰਟੀ ਆ, ਉਹ ਜਿਹੜੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਰਹੇ, ਖਾਸ ਤੌਰ ਤੇ ਦੁਆਬੇ ਖੇਤਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਪ੍ਰਭਾਵ ਆ ਤੇ ਉਹਨਾਂ ਦੇ ਨਾਲ ਅਸੀਂ ਅਲਾਈਅੰਸ ਕੀਤਾ ਤੇ ਇਹ ਤੇ ਦੇਖੋ ਇਹਦੇ ਖਮਿਆਜ਼ੇ ਸਾਹਮਣੇ ਆਉਣੇ ਵੀ ਆ। ਤੇ ਇਹ ਹਰ ਕੋਈ ਪਾਰਟੀ ਚਾਹੇ ਕੋਈ ਵੀ ਆ ਅਲਾਈਅੰਸ ਕਰ ਸਕਦੀ, ਦੈਟਸ ਅ ਪਾਰਟ ਆਫ ਪੋਲਿਟਿਕਸ। ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਤੇ ਸੁਖਬੀਰ ਬਾਦਲ ਸਾਹਿਬ ਅਨਾਉਂਸ ਕਰਦੇ ਨੇ ਕਿ ਅਸੀਂ ਡਿਪਟੀ ਸੀਐਮ ਜਿਹੜਾ ਉਹ ਆਉਣ ਵਾਲਾ ਦਲਿਤ ਪਰਿਵਾਰ ਚੋਂ ਦੇਵਾਂਗੇ। ਕੀ ਉਹ ਬਸਪਾ ਦਾ ਹੋ ਸਕਦਾ ਹੈ? ਐਨੀਥਿੰਗ ਇਜ਼ ਪੋਸੀਬਲ। ਇਹ ਦੇਖੋ, ਇਹ ਸਾਡੀ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਅਪ ਕਰਨਾ ਵਾ। ਔਰ ਇਸੇ ਤਰ੍ਹਾਂ ਅਜੇ ਸੈਕਿੰਡ ਟਾਈਮ ਅਜੇ ਰੀਸੈਂਟਲੀ ਸੁਖਬੀਰ ਜੀ ਨੇ ਇਹ ਵੀ ਕਿਹਾ, ਬਾਦਲ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਿ 2 ਸੀਐਮ ਹੋਣਗੇ, ਇੱਕ ਐਸਸੀ ਭਾਈਚਾਰੇ 'ਚੋਂ ਔਰ ਦੂਸਰਾ ਹਿੰਦੂ ਭਾਈਚਾਰੇ 'ਚੋਂ। ਔਰ ਦੇਖੋ, ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਇਸ ਤੋਂ ਵੱਡੀ ਸੈਕੂਲਰਿਜ਼ਮ ਦੀ ਗੱਲ ਕੀ ਹੋ ਸਕਦੀ ਹੈ? ਆਪਾਂ ਜਦੋਂ ਪ੍ਰੀਐਂਬਲ ਪੜ੍ਹਦੇ ਹਾਂ ਤੇ ਸੈਕੂਲਰਿਜ਼ਮ ਨੂੰ ਇੱਕ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਤੇ ਸੈਕੂਲਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਵੇਖੋ, ਤੁਹਾਨੂੰ ਲੱਗ ਨਹੀਂ ਰਿਹਾ ਵੀ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਧੌਣ ਸੀ ਪੂਰੇ ਪੰਜਾਬ ਦੇ ਵਿੱਚ, ਉਹ ਇਸ ਵਾਰ ਥੋੜੀ ਘੱਟ ਨਜ਼ਰ ਆ ਰਹੀ? ਕੀ ਲੱਗਦਾ? ਬਿਲਕੁਲ ਨਹੀਂ ਜੀ, ਪਰਮਾਤਮਾ ਦੀ ਕਿਰਪਾ ਸਦਕਾ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਟਰੋਂਗ ਵਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ, ਆਉਣ ਵਾਲੇ ਸਮੇਂ ਦੇ ਵਿੱਚ ਐਡੇ ਮੈਸਿਵ ਗੈਦਰਿੰਗਸ ਹੋਣੀਆਂ ਨੇ, ਮੈਸਿਵ ਇੱਥੇ ਜੁਆਇਨਿੰਗਸ ਹੋਣੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪ ਦੇਖੋਗੇ ਔਰ ਸਾਰੇ ਜਿਹੜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਊਗਾ। ਸ਼੍ਰੋਮਣੀ ਅਕਾਲੀ ਦਲ ਦੀ ਬਕਾਇਦਾ ਸਰਕਾਰ ਬਣੂਗੀ, ਪਰਮਾਤਮਾ ਸੁੱਖ ਰੱਖੇ। ਤੁਹਾਡੇ ਸਾਹਮਣੇ ਇੱਕ ਹੀ ਪਹਿਲਾਂ ਤਾਂ ਸੁਖਪਾਲ ਸਿੰਘ ਭੁੱਲਰ ਹੁੰਦੇ ਸੀ ਕੈਂਡੀਡੇਟ, ਇੱਕ ਹੀ ਸਰਵਣ ਸਿੰਘ ਧੁੰਨ ਵੀ ਆ ਰਿਹਾ, ਜਾਂ ਆਮ ਆਦਮੀ ਪਾਰਟੀ ਦਾ ਐਨੀਥਿੰਗ ਗਿਣ ਲਓ, ਕੋਈ ਵੀ ਪਾਰਟੀ ਜਿਹੜੀ ਉਹ ਸੀਟ ਦੇ ਸਕਦੀ ਕਿਸੇ ਬੰਦੇ ਨੂੰ। ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀ ਟੱਕਰ ਕਾਂਗਰਸ ਨਾਲ ਰਹੇਗੀ, ਆਮ ਆਦਮੀ ਪਾਰਟੀ ਨਾਲ ਰਹੇਗੀ? ਕੀ ਕਹਿਣਾ ਚਾਹੋਗੇ? ਗੁਰਦਿਆਲ ਵੀਰ, ਦੇਖੋ ਤੁਸੀਂ ਮੇਰੇ ਹਲਕੇ ਨਾਲ ਸੰਬੰਧਿਤ ਹੋ, ਠੀਕ ਹੈ। ਸਾਡੇ ਹਲਕੇ ਦੀ ਜੋ ਸਿਆਸਤ ਵਾ ਨਾ, ਤੁਸੀਂ ਵੀ ਉਸ ਚੀਜ਼ ਬਾਰੇ ਜਾਣੂ ਹੋਗੇ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਟੱਕਰ ਹੋਣੀ ਜੀ। ਔਰ ਇੱਥੇ ਵਲਟੋਆ ਪਰਿਵਾਰ ਵਰਸਸ ਸੁਖਪਾਲ ਸਿੰਘ ਭੁੱਲਰ ਹੋਣਾ ਜੀ। ਇਹ ਰਾਜਨੀਤਿਕ ਹੀ ਨਹੀਂ, ਇਹ ਪਰਸਨਲ ਮਤਲਬ ਇੱਕ ਹਿਸਾਬ ਦੀ ਸਾਡੀ, ਮੈਂ ਮੂੰਹ ਤੇ ਕਹਿਣਾ ਕਿ ਸਾਡੀ ਪਰਸਨਲ ਇਹਦੇ ਨਾਲ ਦੁਸ਼ਮਣੀ ਹੈ। ਮੈਂ ਮੂੰਹ ਤੇ ਇਸ ਗੱਲ ਕਰਕੇ ਕਹਿਣਾ ਵਾ ਕਿਉਂਕਿ ਇਸ ਵਿਅਕਤੀ ਨੇ ਇੰਨਾ ਮਾੜਾ
ਰਾਜਨੀਤੀ ਦਾ ਮਿਆਰ ਸੁੱਟ ਦਿੱਤਾ। ਗੱਲ ਗੱਲ ਤੇ ਪਰਚੇ, ਗੱਲ ਗੱਲ ਤੇ ਜੋ ਕੁਝ, ਜਦੋਂ ਤੁਸੀਂ ਕਿਸੇ ਦੇ ਦਾਦੇ ਦਾ ਪਿਓ ਦਾ ਨਾਂ ਲਓਗੇ ਨਾ, ਫਿਰ ਗੁਰਦਿਆਲ ਜੀ ਭਾਵੇਂ ਤੁਸੀਂ ਵੀ ਜੀ, ਜਦੋਂ ਬਾਰ-ਬਾਰ ਬੰਦਾ ਤੁਹਾਨੂੰ ਆ ਕੇ ਤੰਗ ਕਰੂਗਾ, ਬਾਰ-ਬਾਰ ਆ ਕੇ ਗੱਲ ਕਰੂ, ਫਿਰ ਬੰਦੇ ਦਾ ਜੱਟਪੁਣਾ ਸਾਹਮਣੇ ਆ ਜਾਂਦਾ। ਫਿਰ ਬੰਦਾ ਕਹਿੰਦਾ ਕਿ ਸਾਰਾ ਕੁਝ ਪਾਸੇ ਰਿਹਾ, ਰਾਜਨੀਤੀ ਪਾਸੇ ਰਹੀ, ਸਾਰਾ ਕੁਝ ਪਾਸੇ ਰਿਹਾ, ਫਿਰ ਇਦਾਂ ਆ ਜਾਓ, ਫਿਰ ਜੱਟਾਂ ਵਾਲਾ ਸਿਸਟਮ। ਵੇਖੋ ਮੈਂ ਚਲੋ ਆਪਾਂ ਨਾ ਭੁੱਲਰਾਂ ਤੋਂ ਕੁਛ ਲੈਣਾ ਨਾ ਤੁਹਾਡੇ ਤੋਂ, ਆਪਣਾ ਤੁਹਾਡਾ ਜੇ ਉਹਨਾਂ ਦੀ ਗੱਲ ਕਰਨੀ ਹੈ ਤੇ ਅਸੀਂ ਉਹਨਾਂ ਕੋਲ ਵੀ ਸਵਾਲ ਕਰਨਾ ਹੈ, ਅਸੀਂ ਤੁਹਾਡੇ ਕੋਲ ਵੀ ਸਵਾਲ ਕਰਨਾ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਭਾਸ਼ਾ ਆਪਾਂ ਚੋਣਾਂ ਦੇ ਵਿੱਚ ਵਰਤਦੇ ਹਾਂ, ਜਾਂ ਭੁੱਲਰ ਪਰਿਵਾਰ ਵੱਲੋਂ ਵਰਤੀ ਜਾਵੇ ਜਾਂ ਤੁਹਾਡੇ ਵੱਲੋਂ ਵਰਤੀ ਜਾਵੇ, ਕਈ ਵਾਰੀ ਇਹੋ ਜਿਹਾ ਹੋ ਜਾਂਦਾ ਕਿ ਜਦੋਂ ਅਸੀਂ ਉਹ ਚੈਨਲ ਤੇ ਦਿਖਾਉਣੇ ਤਾਂ ਉੱਥੇ ਸਾਨੂੰ ਪੀਕ ਦੀ ਆਵਾਜ਼ ਦੇਣੀ ਪੈਂਦੀ, ਟੀਂਗ ਵਾਲੀ ਆਵਾਜ਼ ਜਿਹੜੀ ਹੁੰਦੀ ਵੀ ਉੱਥੇ ਉਹ ਜਿਹੜਾ ਸਾਨੂੰ ਦਿੱਕਤਾਂ ਆਉਂਦੀਆਂ ਨੇ। ਵੀ ਤੁਹਾਨੂੰ ਲੱਗਦਾ ਕਿ ਉਹ ਭਾਸ਼ਾ ਜਿਹੜੀ ਵਰਤਣੀ ਸਹੀ ਹੈ? ਦੇਖੋ, ਇਹਦੇ 'ਚ ਕੋਈ ਦੁਰਾਵਾ ਨਹੀਂ ਨੇ। ਖਾਸ ਤੌਰ ਤੇ ਨਾ ਮੇਰੇ ਪਿਤਾ ਜੀ ਬਹੁਤ ਇਸ ਚੀਜ਼ ਪ੍ਰਤੀ ਸੀਰੀਅਸ ਹੁੰਦੇ ਨੇ। ਮੇਰੇ ਕਈ ਵਾਰੀ ਤੁਸੀਂ ਦੇਖੋਗੇ ਮੇਰੇ ਪਿਤਾ ਜੀ ਮੈਨੂੰ ਡੱਕਦੇ ਨੇ, ਸੀਨੀਅਰ ਵੀ ਡੱਕਦੇ ਨੇ। ਬਿਲਕੁਲ। ਪਰ ਦੇਖੋ, ਜਦੋਂ ਬੰਦਾ ਨਾਜਾਇਜ਼ ਹੀ ਤੁਹਾਡੇ ਦਾਦੇ ਦਾ, ਤੁਹਾਡੇ ਬਾਪ ਦਾ ਨਾਂ ਲਊਗਾ, ਇੱਕ ਵਾਰੀ ਜਰੋਗੇ, ਦੋ ਵਾਰੀ ਜਰੋਗੇ, ਜਾਓ ਗੁਰਦਿਆਲ ਜੀ, ਮੈਂ ਵੀ ਇੱਕ ਗੱਲ ਕਹਿ ਸਕਦਾ, ਤੁਹਾਡੇ ਨਾਲ ਵੀ ਕੋਈ ਨਾਜਾਇਜ਼ ਕਰੂਗਾ ਨਾ ਇੱਦਾਂ ਕਰਕੇ, ਫਿਰ ਤੇ ਤੁਸੀਂ ਵੀ ਉਸ ਐਗਰੈਸ਼ਨ 'ਚ ਆਓਗੇ। ਕਦੀ ਸਾਡੇ ਵੱਲੋਂ ਪਹਿਲ ਨਹੀਂ ਆ, ਪਰ ਜੇ ਅਗਲਾ ਨਹੀਂ ਅੜਦਾ ਤੇ ਫਿਰ ਯਾਰ ਆਪਣਾ ਜਿੱਦਾਂ ਦੀ ਉਹਦੀ ਭਾਸ਼ਾ, ਫਿਰ ਕਦੀ ਜਿੱਦਾਂ ਦਾ ਬੰਦਾ ਹੁੰਦਾ ਉਹਨੂੰ ਉਸ ਭਾਸ਼ਾ ਦਾ ਜਵਾਬ ਮਿਲਦਾ ਵਾ। ਔਰ ਮੈਂ ਤੁਹਾਨੂੰ ਇੱਕ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਵਾਂ। ਮੈਂ ਦੇਖੋ ਆਪਣੇ ਪਿਤਾ ਜੀ ਦੇ ਨਾਲ ਛੋਟੀ ਉਮਰ ਤੋਂ, ਆਈ ਵਾਜ਼ ਅਰਾਊਂਡ 12 ਸਾਲ ਦੀ ਮੇਰੀ ਉਮਰ ਸੀ ਜੀ। ਛੋਟੀ ਉਮਰ ਤੋਂ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ, ਆਪਣੇ ਮਾਤਾ ਜੀ ਦੀ ਉਂਗਲ ਫੜ ਕੇ, ਕਿਉਂਕਿ ਮੇਰੇ ਮਾਤਾ ਜੀ ਪੋਲੀਟਿਕਸ 'ਚ ਉਹ ਐਕਟਿਵ ਨਹੀਂ ਹੈਗੇ, ਪਰ ਸਾਡੀ ਇੱਕ ਗੱਲ ਵਾ, ਅਸੀਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ, ਚਾਹੇ ਸੱਤ ਬਗਾਨਾ ਹੋਏ, ਚਾਹੇ ਆਪਣਾ ਵਰਕਰ ਹੋਵੇ। ਛੋਟੀ ਉਮਰ ਤੋਂ ਆਪਾਂ ਵਿਚਰਦੇ ਰਹੇ ਹਾਂ ਇੱਥੇ। ਭਾਵੇਂ ਕੋਈ ਕੱਟੜ ਕਾਂਗਰਸੀ ਵੀ ਆ ਨਾ, ਜਿਹੜਾ ਵਰਕਰ ਵਾ, ਜਿਹੜਾ ਆਪਣੀ ਪਾਰਟੀ ਦੇ ਨਾਲ ਜੁੜਿਆ ਵਾ, ਅਸੀਂ ਉਹਦੀ ਕਦਰ ਕਰਦੇ ਹਾਂ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ, ਮੇਰੇ ਤੋਂ ਜਿਹੜਾ ਵੀ ਵੱਡਾ, ਮੈਂ ਉਹਨਾਂ ਨੂੰ ਗੋਡੀ ਹੱਥ ਲਾ ਕੇ ਮਿਲਦਾ ਹਾਂ। ਇਹ ਤੁਹਾਡੇ ਤੋਂ ਜਿਹੜੇ ਉਹ ਕੱਟੜ ਪਰਿਵਾਰਾਂ ਤੋਂ ਮੈਂ ਗੱਲ ਕਰਦਾ ਪਿਆ ਵਾਂ, ਕੱਟੜ ਕਾਂਗਰਸੀ ਪਰਿਵਾਰ, ਉਹ ਵੀ ਇਸ ਚੀਜ਼ ਦਾ ਤੁਹਾਨੂੰ ਗਾਰੰਟੀ ਦੇ ਸਕਦੇ। ਪਰ ਐਟ ਦੀ ਐਂਡ ਦੇਖੋ, ਮੇਰੀ ਹੁਣ BA LLB LLM ਕੀਤੀ ਗਾ, ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ PhD ਪਰਸਿਊ ਕਰਾਂ। ਚੰਗੇ ਕਾਲਜਿਸ, ਚੰਗੇ ਇੰਸਟੀਟਿਊਸ਼ਨਸ ਤੋਂ ਪੜ੍ਹੇ ਆ, ਪਰ ਜਦੋਂ ਆਹ ਗੱਲ ਤੇ ਆ ਜਾਂਦਾ ਨਾ, ਭਾਵੇਂ ਜਿੰਨੀ ਮਰਜ਼ੀ ਕੁਆਲੀਫਿਕੇਸ਼ਨ ਹੋਏ, ਫਿਰ ਤੇ ਐਟ ਦੀ ਐਂਡ ਸਾਡਾ ਇਲਾਕਾ ਇਹੋ ਜਿਹਾ ਵਾ, ਫਿਰ ਇਹ ਮਝੈਲਾ ਦਾ ਲਾਹੌਰੀ ਆਪਾਂ ਵੱਜਦੇ ਆ, ਤੇ ਫਿਰ ਇਦਾਂ ਕਰਕੇ ਹੀ ਆ, ਫਿਰ ਖੜਕਾ ਧੜਕਾਈ। ਫਿਰ ਦੇਖੋ, ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ, ਬਿਲਕੁਲ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ। 100 ਬੰਦਾ ਸਾਹਮਣੇ ਹੋ ਸਕਦਾ, ਤੇ ਵਿੱਚੋਂ ਹੋ ਸਕਦਾ ਕਿ 20 ਬੰਦੇ ਤਾੜੀ ਵਜਾਉਣ ਵਾਲੇ ਹੋਣ ਤੇ 80 ਬੰਦੇ ਇਹਨੂੰ ਗਲਤ ਕਹਿਣਗੇ, ਠੀਕ ਹੈ ਜੀ। ਪਰ ਐਟ ਦੀ ਐਂਡ ਜੇ ਤੁਸੀਂ ਬਾਰ-ਬਾਰ ਵੰਗਾਰੀ ਚੱਲੋਗੇ, ਬਾਰ-ਬਾਰ ਆਪਦੇ ਤੌਰ ਤੇ ਨਿੱਜੀ ਹੋ ਕੇ ਪਰਚੇ ਕਰਾਈ ਚੱਲੋਗੇ, ਨਿੱਜੀ ਹੋ ਕੇ ਤਸ਼ੱਦਦ ਕਰੀ ਚੱਲੋਗੇ, ਨਿੱਜੀ ਹੋ ਕੇ ਦਾਦੇ ਦਾ ਨਾਂ ਲਓਗੇ, ਤੇ ਫਿਰ ਇਦਾਂ ਦਾ ਸਾਹਮਣੇ ਖਮਿਆ ਜਾਊਗਾ ਜੀ। ਤੁਸੀਂ ਮੈਨੂੰ ਗੱਲ ਦੱਸੋ, ਬੰਦੇ ਜਦੋਂ ਸਾਡੇ ਵਰਕਰ ਹੋਣ ਗੁਰਦਿਆਲ ਜੀ, ਸਾਡੇ ਵਰਕਰਾਂ ਤੇ ਗੋਲੀਆਂ ਮਾਰ ਦਿੱਤੀਆਂ ਜਾਣ ਜੀ, ਤੇ ਉਲਟਾ ਉਹਨਾਂ ਤੇ 307 ਦੀ ਧਾਰਾ ਨਹੀਂ, 302 ਦੇ ਪਰਚੇ ਕਰਵਾਏ ਜਾਣ, ਠੀਕ ਹੈ, ਤੇ ਇੰਨੀ ਜ਼ਿਆਦਾ ਤਸ਼ੱਦਦ, ਇੰਨਾ ਜ਼ਿਆਦਾ ਟੌਰਚਰ ਕੀਤਾ ਜਾਏ, ਫੜ ਕੇ ਆ ਤੁਹਾਨੂੰ ਮੈਂ ਇੱਕ ਵੀਰ ਨਾਲ ਮਨਾਉਣਾ ਵੀ ਆ, ਸਾਹਮਣੇ ਆਫਿਸ 'ਚ ਵੀ ਬੈਠੇ ਆ। ਜਦੋਂ ਨਵੀਂ ਸਰਕਾਰ ਬਣੀ, ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਕੁਝ ਬੰਦੇ ਸੀ, ਕਰਿੰਦੇ ਸੀ, ਉਹਨਾਂ ਨੇ ਸਾਡੇ ਵਰਕਰਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ। ਔਰ ਵਿੱਚ ਇੱਕ ਬੰਦਾ ਸੀ ਜਿਹੜਾ ਛਡਾਉਣ ਗਿਆ ਸੀ, ਜਿਹੜਾ ਪਿੱਛੇ ਥਾਣੇ ਦੇ ਵਿੱਚ ਦਰਖਾਸਤ ਦੇਣ ਗਿਆ, ਉਹਨਾਂ ਦੇ ਉੱਤੇ ਦੁਬਾਰਾ ਫਾਇਰਿੰਗ ਕੀਤੀ। ਅੱਜ ਦੀ ਡੇਟ 'ਚ ਉਹਦੇ ਵਿੱਚ ਉਹਦੇ ਬੋਡੀ 'ਚ ਸ਼ਰੇ ਫਸੇ ਪਏ ਆ, ਠੀਕ ਹੈ। ਉਲਟਾ ਉਹਨਾਂ ਦੇ ਉੱਤੇ ਹੁੰਦਾ ਰਿਹਾ, ਤੇ ਫਿਰ ਹਰ ਗੱਲ ਤੇ ਹਰ ਮੌਕੇ ਦੇ ਉੱਤੇ ਇੱਕ ਪਾਸੇ ਤੇ ਤੁਸੀਂ ਕਸੂਰਵਾਰ ਹੋ, ਇੱਕ ਪਾਸੇ ਤੁਹਾਡਾ ਇਹੋ ਜਿਹਾ ਕੈਰੈਕਟਰ ਹੋਏ ਕਿ ਤੁਸੀਂ ਲੋਕਾਂ ਦੇ ਵਿੱਚ ਨਾ ਵੜੋ, ਤੇ ਫਿਰ ਜਦੋਂ ਤੁਸੀਂ ਮਾੜਾ ਮੋਟਾ ਆ ਕੇ ਚੋਣਾਂ ਦੇ ਨੇੜੇ ਮਾੜਾ ਮੋਟਾ ਆ ਕੇ ਜੇ ਗਲਤ ਬੋਲਦੇ ਜੇ, ਤੇ ਫਿਰ ਮੈਂ ਤਾਂ ਕਰੂੰਗਾ। ਮੈਂ ਦੇਖੋ, ਮੇਰੇ ਪਿਤਾ ਜੀ ਨੇ ਮੈਨੂੰ 100 ਵਾਰੀ ਗੱਲ ਕੀਤੀ ਹੈ, ਔਰ ਮੇਰੇ ਪਿਤਾ ਜੀ ਖਾਸ ਤੌਰ ਤੇ ਇਸ ਚੀਜ਼ ਬਾਰੇ ਸਮਝਾਉਂਦੇ ਆ ਮੈਨੂੰ। ਇਸ ਚੀਜ਼ ਦਾ ਦੇਖੋ, ਕੁਝ ਵੀ ਹੈ, ਜ਼ਿੰਮੇਵਾਰ ਵਿਅਕਤੀ, ਇੱਕ ਜ਼ਿੰਮੇਵਾਰ ਸਿਟੀਜ਼ਨ ਆ, ਮੈਂ ਵੀ ਸਮਝਦਾ ਇਦਾਂ ਕਰਕੇ ਨਹੀਂ ਕਰਨਾ, ਬਟ ਐਟ ਦੀ ਐਂਡ ਦੇਖੋ, ਨੌਜਵਾਨ ਆ, ਐਗਰੈਸ਼ਨ ਆ ਜਾਂਦਾ। ਮੈਂ ਤੁਹਾਨੂੰ ਇੱਕ ਗੱਲ ਕਹੀ ਆ ਕਿ ਆਪਦੇ ਸੀਨੇ ਤੇ ਲੈ ਕੇ ਵੇਖੋ ਕਿ ਜੇ ਕੋਈ ਮਾੜਾ ਮੋਟਾ ਇਦਾਂ ਕਰਦਾ ਵਾ, ਜੇ ਕੋਈ ਕਰਦਾ, ਅਖੀਰਕਾਰ ਹਰੇਕ ਦੇ ਇੱਕ ਬ੍ਰੇਕਿੰਗ ਪੁਆਇੰਟ ਹੁੰਦਾ ਵਾ। ਜਿੱਦਾਂ ਹੁੰਦਾ ਨਾ ਕਿ ਵਾਟਰ ਦਾ ਬੋਇਲਿੰਗ ਪੁਆਇੰਟ ਹੁੰਦਾ ਵਾ 100 ਡਿਗਰੀ ਸੈਲਸੀਅਸ, ਹਰੇਕ ਦਾ ਇੱਕ ਬ੍ਰੇਕਿੰਗ ਪੁਆਇੰਟ ਹੁੰਦਾ ਵਾ, ਤੇ ਅਖੀਰਕਾਰ ਕਿੰਨਾ ਕੁ ਜ਼ਰੂਗਾ। ਇਹ ਜੇ ਮੈਂ ਸਿਆਸਤ ਦੇ ਨਾਲ ਸੋਚਦਾ ਹੁੰਦਾ, ਜੇ ਮੈਨੂੰ ਕੱਲੀ ਵੋਟਾਂ ਦੀ ਪਈ ਹੁੰਦੀ, ਤੇ ਮੈਂ ਫਿਰ ਇਹਦਾ ਗੱਲ ਤੇ ਇਹ ਸਵਾਲ ਕੋਈ ਵੈਸੇ ਖਾਸ ਨਹੀਂ ਸੀ। ਇਹ ਸਵਾਲ ਮੈਂ ਇਸ ਕਰਕੇ ਤੁਹਾਨੂੰ ਕੀਤਾ ਵਾ ਕਿਉਂਕਿ ਤੁਸੀਂ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਤੁਹਾਡਾ ਇੱਕ ਕਿਹਾ ਹੋਇਆ ਬੋਲ ਜਿਹੜਾ ਨੌਜਵਾਨਾਂ 'ਚ ਮੈਸੇਜ ਜਾਣਾ, ਤੁਸੀਂ ਲਲਕਾਰਾ ਮਾਰੋ, ਫੜ ਲਓ ਬਈ, ਤੇ ਫਿਰ ਤਾਂ ਅਗਲੇ ਨੇ ਸਿੱਧੇ ਹੋ ਜਾਣਾ। ਅਗਰ ਤੁਸੀਂ ਪਿਆਰ ਨਾਲ ਆਪਣੇ ਨੌਜਵਾਨਾਂ ਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਹੁੰਦੇ ਹੋ, ਤੇ ਇਹ ਕਿਤੇ ਨਾ ਕਿਤੇ ਮਾਹੌਲ ਜਿਹੜਾ ਸੁਖਾਵਾਂ ਹੋ ਸਕਦਾ, ਚੋਣ ਜਿਹੜੀਆਂ ਸੁਖਾਵਾਂ ਹੋ ਸਕਦੀਆਂ। ਇਹਦੇ 'ਚ ਕੋਈ ਦੁਰਾਵਾ ਨਹੀਂ ਜੀ। ਮੈਂ ਇੱਕ ਸਪਸ਼ਟ ਤੌਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ, ਗੁਰਦਿਆਲ ਜੀ, ਆਪਣੇ ਵਰਕਰਾਂ ਨੂੰ ਸਪਸ਼ਟ ਤੌਰ ਤੇ ਗੱਲ ਕਹੀ ਆ
ਕਿ ਆਪਣਾ ਆਪਸੀ ਭਾਈਚਾਰਾ ਨਾ ਛੱਡੋ। ਬਿਲਕੁਲ ਪਿੰਡ ਪੱਧਰ ਤੇ ਜਿਹੜੇ ਅਜਿਹੇ ਬੰਦੇ ਆ ਜਿਹੜੇ ਰਾਜਨੀਤੀ ਦਾ ਮਿਆਰ ਖਰਾਬ ਕਰਦੇ, ਇਹਨਾਂ ਦੇ ਮਗਰ ਨਾ ਲੱਗੋ, ਠੀਕ ਹੈ। ਅਸੀਂ ਇਹ ਗੱਲ ਕਹਿੰਦੇ ਆ, ਠੀਕ ਹੈ। ਆਪਦੇ ਪਿੰਡ ਅੱਛਾ ਜੇ ਕੋਈ ਇਹੋ ਜੀ ਗੱਲਬਾਤ ਹੋਏ, ਫੜ ਲਓ ਵਾਲੀ ਗੱਲਬਾਤ ਹੋਏ, ਅਸੀਂ ਫਿਰ ਹਲਕੇ 'ਚ ਹੀ ਕਿਉਂ ਵਿਚਰੀਏ? ਫਿਰ ਸਾਡੇ 7 ਬਗਾਨੇ, ਸਾਨੂੰ ਹੀ ਪਤਾ ਹੁੰਦਾ ਕਈ ਬੰਦੇ ਕਿ ਉਹ ਵੋਟਾਂ, ਉਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ। ਅਸੀਂ ਨਾਲ ਖਲੋ ਕੇ, ਸੁਖਪਾਲ ਭੁੱਲਰ ਆਪ ਨਹੀਂ ਆਉਂਦਾ, ਆਪ ਖਲੋ ਕੇ ਉਹਨਾਂ ਦੇ ਨਾਲ ਖਲੋਈਦਾ ਕਿ ਹਾਂ ਵੀ ਸਾਡੇ ਹਲਕੇ ਦੇ ਨਾਲ ਸੰਬੰਧਿਤ ਹੈ ਜੀ, ਅਸੀਂ ਤੁਹਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਹੈਗੇ ਆ ਜੀ। ਤੇ ਅਜਿਹੀ ਗੱਲ ਕੋਈ ਨਹੀਂ। ਇਹ ਤੇ ਜਦੋਂ ਮੌਕਾ ਹੁੰਦਾ ਵਾ, ਕਦੀ ਕਦਾਈ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਇੱਕ ਬ੍ਰੇਕਿੰਗ ਪੁਆਇੰਟ ਹੁੰਦਾ ਤੇ ਉਸ ਬ੍ਰੇਕਿੰਗ ਪੁਆਇੰਟ ਤੇ ਆ ਕੇ ਆ ਗੱਲ ਬਣ ਜਾਂਦੀ। ਇੱਕ ਆਖਰੀ ਸਵਾਲ, ਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਇਲੈਕਸ਼ਨ ਦੇ ਵਿੱਚ ਲੋਕ ਕਿਉਂ ਦੁਬਾਰਾ ਚੁਣਨ? ਮੈਂ ਪਹਿਲਾਂ ਹੀ ਸੋਚ ਰਿਹਾ ਸੀ ਕਿ ਤੁਸੀਂ ਸਗੋਂ ਤੁਹਾਡਾ ਪਹਿਲਾ ਫਰਜ਼ ਬੰਦ ਹੁੰਦਾ, ਜ਼ਿਆਦਾਤਰ ਤੁਸੀਂ ਆਹ ਕੁਐਸਚਨ ਚਲੋ ਲਾਸਟ ਤੇ ਸਹੀ। ਦੇਖੋ ਸਭ ਤੋਂ ਵੱਡੀ ਗੱਲ ਆਉਂਦੀ ਹੈ, ਮੈਂ ਤੁਹਾਨੂੰ ਆਪਣੇ ਹਲਕੇ ਪੱਧਰ ਤੇ ਗੱਲ ਕਰੂੰਗਾ। ਮੈਂ ਕਹਿੰਦਾ ਕਿ ਕੋਈ ਵੀ 5 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਤੇ ਆ ਜਿਹੜੇ ਮੌਜੂਦਾ 5 ਸਾਲ ਆ ਕਾਂਗਰਸ ਦੇ ਤੋਂ ਹੀ ਲੈ ਲਓ ਜੀ। ਜੇ ਤੇ ਤਕੜੀ ਦਾ ਜਿਹੜਾ ਇੱਕ ਬੰਨਾ ਸਾਡੇ ਵੱਲ ਭਾਰਾ, ਸਾਨੂੰ ਵੋਟਾਂ ਪਾ ਦਿਓ। ਬਿਲਕੁਲ ਬਾਰਡਰ ਦੇ ਉੱਤੇ ਕਨਸਟੀਟੂਐਂਸੀ ਹੋਵੇ, 5-6 ਬਿਜਲੀ ਘਰ ਬਣਾਏ ਜਾਣ, 300 ਕਿਲੋਮੀਟਰ ਦੀ ਪ੍ਰੀਮਿਕਸ ਦੀ ਇੱਥੇ ਰੋਡ ਬਣਾਏ ਜਾਣ, ਠੀਕ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜੇ ਸਾਰਾ ਸਮੁੱਚਾ ਪੰਜਾਬ ਆ ਨਾ, ਸਾਰੇ ਪੰਜਾਬ ਤੋਂ ਹੁਣ ਤੁਹਾਡਾ ਪਿੰਡ ਵੀ ਜਿੱਦਾਂ ਆ ਜਾਂਦਾ ਵਾ, ਸਭ ਤੋਂ ਵੱਧ ਡੇਰੇ ਜਾਂ ਜਿਹਨੂੰ ਮਲਵਈ ਭਾਸ਼ਾ 'ਚ ਕਹਿ ਦਿੰਦੇ ਆ ਢਾਣੀਆਂ, ਤੇ ਮਾਝੇ ਦੀ ਭਾਸ਼ਾ 'ਚ ਆਪਾਂ ਕਹਿ ਦਿੰਦੇ ਬਹਿਕਾਂ, ਸਾਡੇ ਹਲਕੇ ਦੇ ਵਿੱਚ ਵਾ। ਤੇ ਇੱਕ ਕਿੱਲਾ ਜੇ ਕਿਸੇ ਦਾ ਬੰਨਾ ਹੋਵੇ ਨਾ, ਕੱਚੇ ਰਸਤਾ ਜਾਂ ਕਿਸੇ ਦਾ ਰਸਤਾ ਕੋਈ ਨਵਾਂ ਬਣਾਉਣਾ ਹੋਵੇ ਡੇਰੇ ਦਾ, ਤੇ ਉਹਦੇ 'ਚ ਕਿੰਨਾ ਜ਼ਿਆਦਾ ਐਕਸਪੈਂਡੀਚਰ ਆ ਜਾਂਦਾ ਵਾ। ਸਭ ਤੋਂ ਵੱਧ ਜੇ ਡੇਰੇ ਸਾਡੇ ਹਲਕੇ 'ਚ, ਤੇ ਤਕਰੀਬਨ 90% ਆਪਾਂ ਡੇਰਿਆਂ ਦਾ ਕੰਮ ਕਰਾਇਆ, ਠੀਕ ਹੈ ਜੀ। ਸਪੋਰਟਸ ਦੀ ਮੈਂ ਜ਼ਿਕਰ ਕੀਤਾ ਵਾ, ਸਪੋਰਟਸ ਕਿੱਟਾਂ ਦਾ, ਜਿਮ ਦਾ ਗੱਲ ਕੀਤਾ ਵਾ, ROs ਦੀ ਗੱਲ ਕੀਤੀ, ਦਾ ਲਿਸਟ ਗੋਜ਼ ਔਨ। ਔਰ ਸਭ ਤੋਂ ਵੱਡੀ ਗੱਲ ਆ ਮੈਂ ਦੱਸਣਾ ਚਾਹੁੰਦਾ, 11 ਮਾਰਚ 2017 ਨੂੰ ਅਸੀਂ ਹਰੇ ਸੀ। 13 ਤਰੀਕ ਨੂੰ ਮੈਂ ਹਲਕੇ ਦੇ ਵਿੱਚ ਆ ਗਿਆ ਸੀ, ਮੇਰੇ ਪਿਤਾ ਜੀ ਹਲਕੇ ਦੇ ਵਿੱਚ ਆ ਗਏ। 1 ਮਿੰਟ, 1 ਪਲ, ਹਰ ਰੋਜ਼ ਹਰ ਵਕਤ ਅਸੀਂ ਲੋਕਾਂ ਦੇ ਵਿੱਚ ਹਾਜ਼ਰ ਵਾਂ। ਔਰ ਕਦੀ ਕਦਾਈ ਦੇਖੋ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਨਾ, ਜੇ ਕੋਈ ਮਰੀਜ਼ ਜਾ ਕੇ ਆਪਦੀ ਸਮੱਸਿਆ ਹੀ ਦੱਸ ਦੇ, ਤੇ ਕਿਤੇ ਨਾ ਕਿਤੇ ਜਾ ਕੇ ਉਸ ਚੀਜ਼ ਦਾ ਅਸਰ ਪੈ ਜਾਂਦਾ ਵਾ, ਕਿਤੇ ਨਾ ਕਿਤੇ ਉਹਦਾ ਕਸ਼ਟ ਘਟ ਜਾਂਦਾ ਵਾ। ਅਸੀਂ ਹਮੇਸ਼ਾ ਲੋਕਾਂ ਦੇ ਵਿੱਚ ਹਾਜ਼ਰ ਰਹੇ ਹਾਂ। ਇੱਥੋਂ ਤੱਕ ਸਾਡੇ ਉੱਤੇ ਤੇ ਸ਼ਰੇਆਮ ਗੋਲੀਆਂ ਵੀ ਚੱਲਦੀਆਂ ਰਹੀਆਂ। MC ਇਲੈਕਸ਼ਨਾਂ 'ਚ ਤੁਸੀਂ ਦੇਖਿਆ, ਉਲਟਾ ਗੋਲੀਆਂ ਚੱਲਦੀਆਂ ਰਹੀਆਂ, ਪਿਤਾ ਜੀ ਉੱਤੇ, ਮੇਰੇ ਉੱਤੇ ਪਰਚੇ ਵੀ ਹੁੰਦੇ ਰਹੇ, ਫਿਰ ਵੀ ਆਪਾਂ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੇ ਰਹੇ ਹਾਂ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਲਕਾ ਵਾਸੀਆਂ ਨੂੰ ਕਿ ਅਸੀਂ ਦੇਖੋ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਦਿਨ ਦੀ ਸ਼ੁਰੂਆਤ ਕਰੀ ਦੀ, ਔਰ ਉਸੇ ਦਾ ਓਟ ਆਸਰਾ ਲੈ ਕੇ ਦਿਨ ਦੀ ਸੰਪੂਰਨਤਾ ਕਰੀ ਦੀ। ਇੱਕ ਸਵਾਲ ਹੋਰ ਲੈ ਲਈਏ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ 'ਤੇ ਤੰਜ ਕੱਸਦੇ ਆ, ਸ਼੍ਰੋਮਣੀ ਅਕਾਲੀ ਦਲ ਵੀ ਕੱਸਦਾ ਹੈ, ਕਾਂਗਰਸ ਵੀ ਕੱਸਦਾ ਹੈ ਕਿ ਇਹ ਮੁਫਤਖੋਰ ਬਣਾ ਰਿਹਾ। ਤੇ ਆਟਾ ਦਾਲ ਸਕੀਮ ਤੇ ਤੁਸੀਂ ਸਟਾਰਟ ਕੀਤੀ ਸੀ, ਆਪਾਂ ਨੂੰ ਲੱਗਦਾ ਨਹੀਂ ਕਿ ਆਪਾਂ ਵੀ ਲੋਕਾਂ ਨੂੰ ਮੁਫਤ ਸੇਵਾਵਾਂ ਦਿੱਤੀਆਂ, ਆਪਾਂ ਰੋਜ਼ਗਾਰ ਦੀ ਗੱਲ ਕੀਤੀ ਨਹੀਂ ਗੀ, ਆਪਾਂ ਸਿਰਫ ਆਟਾ ਦਾਲ ਤੇ ਲੋਕਾਂ ਨੂੰ ਭਰਮਾ ਛੱਡਿਆ। ਆਉਣ ਵਾਲੇ ਸਮੇਂ 'ਚ ਕੀ ਇਹ ਰਾਜਨੀਤੀ ਬਦਲੇਗੀ, ਲੋਕਾਂ ਨੂੰ ਰੋਜ਼ਗਾਰ ਦੇ ਨਾਂ 'ਤੇ ਰੋਜ਼ਗਾਰ ਮਿਲੇਗਾ ਆਉਣ ਵਾਲੇ ਸਮੇਂ 'ਚ? ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਵਿਰੋਧੀ ਵੀ ਕਹਿੰਦੇ ਨੇ ਕਿ ਉਹ ਜੋ ਇੱਕ ਵਾਰੀ ਕਮਿਟਮੈਂਟ ਕਰ ਦਿੰਦੇ ਉਹਦੇ ਤੇ ਪੂਰਨ ਤੌਰ ਤੇ ਖਲੋਂਦੇ ਨੇ। ਔਰ ਜਿੱਥੋਂ ਤੱਕ ਆ ਤੁਸੀਂ ਆ ਜਿਹੜੀ ਹੁਣੇ ਜ਼ਿਕਰ ਕੀਤਾ ਜਿਸ ਮਸਲੇ ਬਾਰੇ, ਦੇਖੋ ਇਹ ਗਵਰਨਮੈਂਟ ਦੀਆਂ ਵੈਲਫੇਅਰ ਸਕੀਮਸ ਹੁੰਦੀਆਂ। ਐਟ ਦੀ ਐਂਡ ਤੁਸੀਂ ਉਹ ਮੈਂ ਵਾਂ, ਦੇਸ਼ ਦਾ ਕੋਈ ਵੀ ਨਾਗਰਿਕ ਆ, ਸੂਬੇ ਦਾ ਹਰ ਨਾਗਰਿਕ ਆ, ਟੈਕਸ ਪੇ ਕਰਦਾ ਵਾ ਹਰੇਕ ਚੀਜ਼ ਦਾ, ਤੇ ਵੈਲਫੇਅਰ ਸਕੀਮ ਇੰਪਲੀਮੈਂਟ ਕਰਨਾ ਇੱਕ ਗਵਰਨਮੈਂਟ ਦਾ ਫਰਜ਼ ਬਣਦਾ ਵਾ, ਔਰ ਪੂਰਨ ਤੌਰ ਤੇ ਕੀਤਾ। ਕਦੀ ਕੋਈ ਸੋਚ ਸਕਦਾ ਸੀ ਕਿ ਜਿੱਦਾਂ ਇਹ ਆਟਾ ਦਾਲ ਦੀ ਸਕੀਮ ਦੀ ਤੁਸੀਂ ਗੱਲ ਕਰ ਲਓ, ਕਦੀ ਕੋਈ ਸੋਚ ਸਕਦਾ ਸੀ ਕਿ ਜ਼ਮੀਨੀ ਪੱਧਰ ਤੇ ਇਹ ਹੋ ਸਕਦਾ? ਹੁਣ ਹੈਲਥ ਪ੍ਰਤੀ ਦੇਖੋ, ਭਗਤ ਪੂਰਨ ਸਿੰਘ ਜੀ ਦੇ ਨਾਮ ਦਾ ਬੀਮਾ ਯੋਜਨਾ ਆਉਂਦੀ ਰਹੀ ਹੈ, 50,000 ਦਾ ਮੁਫਤ ਇਲਾਜ ਇੱਕ ਪਰਿਵਾਰ ਕਰਦਾ ਰਿਹਾ, ਜਿਹੜੇ ਵਿਚਾਰੇ ਹਸਪਤਾਲ ਦੇ ਖਰਚੇ ਨਹੀਂ, ਪ੍ਰਾਈਵੇਟ ਹਸਪੀਟਲਸ ਦਾ ਨਹੀਂ ਸੀ ਕਰ ਪਾਉਂਦੇ। ਤੇ ਇਹ ਤੇ ਬਿਲਕੁਲ ਇੱਕ ਨੈਤਿਕ ਤੌਰ ਤੇ ਇੱਕ ਗਵਰਨਮੈਂਟ ਦਾ ਫਰਜ਼ ਬਣਦਾ ਰਿਹਾ ਵਾ, ਉਹ ਬਖੂਬੀ ਕੀਤਾ। ਸੋ ਅਖੀਰ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਇੱਕ ਨਿਮਾਣੇ ਸੇਵਕ ਆ, ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦੇ ਓਟ ਆਸਰਾ ਲੈ ਕੇ ਦਿਨ ਦੀ ਸ਼ੁਰੂਆਤ ਅਤੇ ਸੰਪੂਰਨਤਾ ਕਰੀਦੀ ਆ, ਦਿਲੋਂ ਸੇਵਾ ਕੀਤੀ ਆ। ਜੇ ਸਾਡੀ ਸੇਵਾ ਦੇ ਵਿੱਚ ਦੋਵੇਂ ਬਾਪ ਬੇਟੇ ਦੀ ਸੇਵਾ ਦੇ ਵਿੱਚ ਕੋਈ ਕਮੀ ਲੱਗਦੀ ਆ, ਜੇ ਮੇਰੇ ਪਿਤਾ 100% ਦੇ ਰਹੇ, ਮੈਂ 200% ਦੇ ਰਿਹਾ, ਤੇ ਮੇਰੀ ਇਹ ਬੇਨਤੀ ਆ ਕਿ ਤੁਸੀਂ ਆਪ ਦਾ ਸਾਥ ਰੱਖੋ, ਅਸੀਂ ਤੁਹਾਡੇ ਨਾਲ ਵਾਂ। ਅਸੀਂ ਸਾਨੂੰ ਇਹ ਨਹੀਂ, ਸਾਨੂੰ ਚੰਡੀਗੜ੍ਹ ਨਾਲ ਮੋਹ ਨਹੀਂ, ਅਸੀਂ ਇਹ ਨਹੀਂ ਕਿ ਬਣ ਕੇ MLA ਤੇ ਬਾਅਦ 'ਚ ਚੰਡੀਗੜ੍ਹ ਚਲ ਗਏ ਤੇ ਇਲੈਕਸ਼ਨਾਂ ਦੇ ਕੋਲ ਆ ਕੇ ਬਸ ਇੱਦਾਂ ਆਵਾ ਤਵਾ ਬੋਲ ਕੇ ਤੇ ਵੋਟਾਂ ਲੈ ਲਈਆਂ। ਹਰ ਵਕਤ ਲੋਕਾਂ ਦੇ ਵਿੱਚ ਹਾਜ਼ਰ ਰਹੇ ਹਾਂ, ਛੋਟੀ ਉਮਰੋਂ ਲੱਗੇ ਹਾਂ, ਤੇ ਕਿਰਪਾ ਕਰਕੇ ਆਪ ਦਾ ਆਸਰਾ ਰੱਖਿਓ। ਸੋ ਇਹ ਸਨ ਗੌਰਵਦੀਪ ਵਲਟੋਆ ਜੀ,
ਅਸੀਂ ਹਰ ਵਾਰ ਮੁੱਦੇ ਚੱਕਦੇ ਹਾਂ, ਲੋਕਾਂ ਦੇ ਸਵਾਲ ਹੁੰਦੇ ਨੇ, ਲੋਕਾਂ ਦੀ ਗੱਲ ਕਰਦੇ ਹਾਂ। ਜੁੜੇ ਰਹੋ ਸਾਡੇ ਨਾਲ। ਜ਼ੀਰੋ ਗਰਾਊਂਡ ਤੋਂ ਵਲਟੋਹਾ, ਤਰਨਤਾਰਨ, ਸੁਰਖਾਬ ਟੀਵੀ। ਧੰਨਵਾਦ।